ਵੈਲਕਮ ਟੂ ਮਾਈ ਚੈਨਲ ਦੋਸਤੋ ਇੱਕ ਨਵੀਂ ਪੋਸਟ ਲੈ ਕੇ ਆਇਆ। ਜਿਹੜੀ ਪੋਸਟ ਹੈ ਜੀ ਇਹ ਕਲਰਕ ਅਤੇ ਸਟੈਨੋਗ੍ਰਾਫਰਸ ਲਈ ਹੈ। ਇਹ ਜਿਹੜੀ ਪੋਸਟ ਹੈ ਜੀ ਇਹ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਰੂਪਨਗਰ ਡਿਸਟ੍ਰਿਕਟ ਕੋਰਟ ਦੇ ਵਿੱਚ ਹੈ, ਜਿਹੜੀ ਰੂਪਨਗਰ ਉਹਦੇ ਵਿੱਚ ਨਿਕਲੀਆਂ ਨੇ। ਇਹ ਅਟੋਕ ਬੇਸਿਸ ਨੇ, ਠੀਕ ਹੈ ਜੀ। ਅਤੇ ਇਸ ਦਾ ਜਿਹੜਾ ਪੀਰੀਅਡ ਹੋਏਗਾ 6 ਮੰਥਸ ਹੋਏਗਾ, 6 ਮਹੀਨਿਆਂ ਲਈ ਇਹ ਅਡੋਕ ਬੇਸਿਸ 'ਤੇ ਜਿਹੜੀ ਹੈ ਜੀ ਪੋਸਟ ਨਿਕਲੀਆਂ। 31 ਪੋਸਟਾਂ ਜੀ ਜਿਹੜੀ ਕਲਰਕ ਦੀਆਂ ਨੇ, 7 ਪੋਸਟਾਂ ਨੇ ਜੀ ਜਿਹੜੀ ਸਟੈਨੋਗ੍ਰਾਫਰ ਦੀਆਂ ਨੇ, ਠੀਕ ਹੈ ਜੀ। ਤੁਸੀਂ ਇਹ ਅਪਲਾਈ ਕਰ ਸਕਦੇ ਹੋ। ਜੇ ਤੁਸੀਂ ਇਸ ਨੂੰ ਅਪਲਾਈ ਕਰਨ ਦੇ ਇੱਛੁਕ ਹੋ ਤਾਂ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ, ਠੀਕ ਹੈ ਜੀ। ਅੱਜ ਆਪਾਂ ਇਸ ਦੀ ਡਿਟੇਲ ਦੇ ਵਿੱਚ ਗੱਲ ਕਰਾਂਗੇ ਕਿ ਇਸ ਨੂੰ ਅਪਲਾਈ ਕਿਵੇਂ ਕਰਨਾ, ਇਸ ਦੇ ਲਈ ਏਜ ਕਿੰਨੀ ਚਾਹੀਦੀ ਹੈ, ਫੀਸ ਕਿੰਨੀ ਹੈ, ਕਿਵੇਂ ਅਪਲਾਈ ਕਰਨਾ ਹੈ, ਕਿੱਥੇ ਭੇਜਣਾ ਹੈ, ਔਨਲਾਈਨ ਕਰਨਾ, ਆਫਲਾਈਨ ਕਰਨਾ ਹੈ, ਸਭ ਕੁਝ ਹੈ ਜੀ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ, ਠੀਕ ਹੈ ਜੀ। ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਉਣ ਵਾਲੀਆਂ ਸਾਰੀ ਰਿਕਰੂਟਮੈਂਟਸ ਲਈ ਨੋਟੀਫਿਕੇਸ਼ਨ ਬੈਲ ਆਈਕਨ ਹੈ ਜੀ ਜਿਹੜਾ ਉਹ ਪ੍ਰੈਸ ਕਰਨਾ, ਤਾਂ ਕਿ ਜਿਹੜੀਆਂ ਵੀ ਨਵੀਂ ਰਿਕਰੂਟਮੈਂਟਸ ਹਨ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ, ਠੀਕ ਹੈ ਜੀ। ਤਾਂ ਜਿਹੜੀ ਐਪਲੀਕੇਸ਼ਨਸ ਹੈ ਜੀ ਉਹ ਨਿਕਲੀਆਂ, ਜਿਹੜੀ ਪੋਸਟਾਂ ਉਹ ਨਿਕਲੀਆਂ ਜੀ ਡਿਸਟ੍ਰਿਕਟ ਕੋਰਟ ਰੂਪਨਗਰ ਦੇ ਵਿੱਚ। ਇਹ ਪੋਸਟਾਂ 31 ਪੋਸਟਾਂ ਨੇ ਜੀ ਕਲਰਕ ਦੀਆਂ, 7 ਪੋਸਟਾਂ ਨੇ ਸਟੈਨੋਗ੍ਰਾਫਰ ਦੀਆਂ, 6 ਮਹੀਨੇ ਦੀ ਅਡੋਕ ਬੇਸਿਸ 'ਤੇ, ਠੀਕ ਹੈ ਜੀ। ਇਹਨਾਂ ਨੇ ਇੱਕ ਪਰਫੋਰਮਾ ਜੀ ਜਿਹੜਾ ਅਟੈਚ ਕੀਤਾ ਹੋਇਆ ਨਾਲ, ਤੁਸੀਂ ਉਸ ਪਰਫੋਰਮਾ ਨੂੰ ਭਰ ਕੇ ਜਿਹੜੀ ਹੈ ਜੀ ਇਹ ਅਪਲਾਈ ਕਰ ਸਕਦੇ ਹੋ। ਨਾਲ ਉਸ ਪਰਫੋਰਮੇ ਦੇ ਨਾਲ ਤੁਸੀਂ ਆਪਣੇ ਡਾਕੂਮੈਂਟਸ, ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਤਾਂ ਗ੍ਰੈਜੂਏਸ਼ਨ ਤੱਕ 10th +2 BA ਕੀਤੀ ਹੋਈ ਹੈ, BSc ਕੀਤੀ ਹੋਈ ਹੈ, ਜੋ ਵੀ ਕੀਤਾ ਹੋਇਆ ਉਸਦੇ ਅਟੈਸਟਡ ਸੈਲਫ ਅਟੈਸਟਡ ਕਰਵਾ ਕੇ ਜੀ ਉਸ ਨੂੰ ਤੁਸੀਂ ਕਿਆ ਕਰਨਾ ਹੈ, ਸਪੀਡ ਪੋਸਟ ਰਾਹੀਂ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਰੂਪਨਗਰ ਦੇ ਐਡਰੈਸ 'ਤੇ ਭੇਜ ਦੇਣਾ। ਇਹ ਐਪਲੀਕੇਸ਼ਨਸ ਉਹਨਾਂ ਨੇ 13/8/2021 ਦੈਟ ਮੀਨਸ 13 ਅਗਸਤ ਤੱਕ ਮੰਗੀਆਂ ਨੇ। ਤਾਂ ਤੁਸੀਂ 13 ਅਗਸਤ ਤੋਂ ਪਹਿਲਾਂ ਇਸ ਨੂੰ ਫਿਲ ਕਰਕੇ ਪਰਫੋਰਮੇ ਨੂੰ ਇਸ ਦੇ ਨਾਲ ਆਪਣਾ ਸਾਰੇ ਡਾਕੂਮੈਂਟਸ ਲਗਾ ਕੇ ਇਸ ਨੂੰ ਸਪੀਡ ਪੋਸਟ ਕਰ ਦੇਣਾ ਜੀ। ਜਿਹੜਾ ਸਪੀਡ ਪੋਸਟ ਕਰਨਾ ਉਹ ਤੁਸੀਂ ਇਨਵੈਲਪ ਦੇ ਉੱਪਰ ਕੀ ਲਿਖਣਾ, ਇਨਵੈਲਪ ਦੇ ਉੱਪਰ ਲਿਖਣਾ ਜੀ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਰੂਪਨਗਰ, ਠੀਕ ਹੈ ਜੀ। ਤਾਂ ਇਹ ਤੁਹਾਡੀ ਜਿਹੜੀ ਪੋਸਟ ਜਿਹੜੀ ਤੁਸੀਂ ਭਰੋਗੇ ਜੀ ਉਹ ਸਿੱਧਾ ਉੱਥੇ ਜਾਏਗੀ ਸਪੀਡ ਪੋਸਟ 'ਤੇ। ਤਾਂ ਤੁਸੀਂ ਇਸ ਤਰ੍ਹਾਂ ਜੀ ਅਪਲਾਈ ਕਰ ਸਕਦੇ ਹੋ। ਕੁਆਲੀਫਿਕੇਸ਼ਨ ਇਹਨਾਂ ਨੇ ਕੀ ਮੰਗੀ ਹੈ ਜੀ ਕਲਰਕ ਦੀ ਲਈ, ਜਿਹੜਾ ਇਹਨਾਂ ਨੇ ਨੰਬਰ ਆਫ ਪੋਸਟਾਂ ਹੈ ਜੀ 31 ਨੇ, ਜਿਸ ਦੇ ਵਿੱਚੋਂ 15 ਜਨਰਲ ਦੀਆਂ ਨੇ, SC ਦੀਆਂ 7 ਨੇ, BC ਦੀਆਂ 3 ਨੇ, ਫਰੀडम ਫਾਈਟਰ ਦੀ 1 ਹੈ, ਹੈਂਡੀਕੈਪ ਦੀ 1 ਹੈ, ਐਕਸ ਸਰਵਿਸਮੈਨ ਦੀ 3 ਹੈ, ਠੀਕ ਹੈ ਜੀ। ਐਕਸ ਸਰਵਿਸਮੈਨ SC ਦੀ 1 ਹੈ, ਠੀਕ ਹੈ ਜੀ। ਇਹਨਾਂ ਨੇ ਜਿਹੜੀ ਪੇ ਦੱਸੀ ਹੈ ਜੀ, ਪੇ ਇਹਨਾਂ ਨੇ ਫਿਕਸ ਦੱਸੀ ਹੈ ਕਿ ਜਿਹੜਾ ਤੁਹਾਡਾ DC ਰੇਟ ਹੋਏਗਾ ਜਾਂ ਤੁਹਾਡਾ ਜਿਹੜਾ ਪੇਮੈਂਟ ਹੈ 10-300 ਵਾਲਾ ਵਿਚ ਐਵਰ ਇਜ਼ ਹਾਇਰ, ਠੀਕ ਹੈ ਜੀ, ਉਸ ਦੇ ਹਿਸਾਬ ਸੇ ਤੁਹਾਨੂੰ ਹੈ ਜੀ ਜਿਹੜੀ ਪੇ ਮਿਲੇਗੀ। ਫਿਕਸ ਹੋਏਗੀ ਜੀ 6 ਮਹੀਨੇ ਵਾਸਤੇ। ਲੇਕਿਨ ਇਹ ਕੀ ਕਰਦੇ ਆ ਜੀ 6 ਮਹੀਨੇ ਤੁਸੀਂ ਜਦੋਂ ਕੰਮ ਕਰ ਲਓਗੇ ਤਾਂ ਇਹਨੂੰ ਅੱਗੇ ਤੋਂ ਅੱਗੇ ਐਕਸਟੈਂਡ ਕਰੀ ਜਾਂਦੇ ਨੇ, ਠੀਕ ਹੈ ਜੀ। ਐਲੀਜੀਬਿਲਿਟੀ ਲਈ ਤੁਹਾਨੂੰ ਕੀ ਚਾਹੀਦਾ ਜੀ, ਤੁਹਾਡੀ ਜਿਹੜੀ ਏਜ ਹੈ ਉਹ 18 ਤੋਂ ਲੈ ਕੇ 37 ਸਾਲ ਤੱਕ ਹੋਣੀ ਚਾਹੀਦੀ ਹੈ। 37 ਤੋਂ ਉੱਪਰ ਨਹੀਂ ਹੋਣੀ ਚਾਹੀਦੀ, 18 ਤੋਂ ਘੱਟ ਨਹੀਂ ਹੋਣੀ ਚਾਹੀਦੀ, ਠੀਕ ਹੈ ਜੀ। ਤਾਂ ਹੀ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਹਾਡੇ ਕੋਲ BA BSc ਕੋਈ ਵੀ ਡਿਗਰੀ ਹੋਣੀ ਚਾਹੀਦੀ ਹੈ। ਤੀਜਾ ਨੰਬਰ ਹੈ ਜੀ ਤੁਸੀਂ ਪੰਜਾਬੀ ਕੀਤੀ ਹੋਣੀ ਚਾਹੀਦੀ ਹੈ ਜੀ 10ਵੀਂ ਦੇ ਵਿੱਚ, ਠੀਕ ਹੈ ਜੀ। ਇਸ ਤੋਂ ਅੱਗੇ ਗੱਲ ਕਰ ਲੈਂਦੇ ਹਾਂ ਜੀ ਸਟੈਨੋਗ੍ਰਾਫਰ ਲਈ। ਹਾਂਜੀ, ਕਲਰਕ ਲਈ ਇੱਕ ਚੌਥਾ ਪੁਆਇੰਟ ਵੀ ਹੈ ਜੀ। ਚੌਥਾ ਪੁਆਇੰਟ ਇਹ ਕਹਿੰਦਾ ਕਿ ਤੁਹਾਨੂੰ ਕੰਪਿਊਟਰ ਦਾ ਬੇਸਿਕ ਹੈ ਜੀ ਜਿਹੜਾ ਪਤਾ ਹੋਣਾ ਚਾਹੀਦਾ, ਠੀਕ ਹੈ ਜੀ। ਇਸ ਤੋਂ ਇਲਾਵਾ ਸਟੈਨੋਗ੍ਰਾਫਰ ਦੀ ਪੋਸਟਾਂ ਨੇ 7 ਦੇ ਵਿੱਚੋਂ SC ਦੀਆਂ ਨੇ 4, ਐਕਸ ਸਰਵਿਸਮੈਨ ਦੀਆਂ ਨੇ 2 ਅਤੇ ਐਕਸ ਸਰਵਿਸਮੈਨ SC ਦੀਆਂ ਨੇ 1। ਇਸ ਦੇ ਲਈ ਵੀ ਉਹਨਾਂ ਨੇ ਪੇ ਬੈਂਡ ਉਹੀ ਰੱਖਿਆ 10-300 + 3600 ਗ੍ਰੇਡ ਪੇ, ਅਤੇ DC ਰੇਟ ਜਿਹੜਾ ਵੀ ਦੋਨਾਂ ਦੇ ਵਿੱਚੋਂ ਜ਼ਿਆਦਾ ਹੋਏਗਾ ਉਹ ਤੁਹਾਨੂੰ ਮਿਲਣਯੋਗ ਹੋਏਗਾ ਜੀ, ਠੀਕ ਹੈ ਜੀ। ਇਸ ਤੋਂ ਇਲਾਵਾ ਤੁਹਾਡੀ ਜਿਹੜੀ ਏਜ ਹੋਣੀ ਚਾਹੀਦੀ ਹੈ ਜੀ ਉਹ 18 ਤੋਂ ਲੈ ਕੇ 37 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਅੱਗੇ ਗੱਲ ਕਰ ਲੈਣ ਜੀ। ਅੱਗੇ ਹੈ ਜੀ ਤਾਂ ਤੁਸੀਂ BA BSc ਕੀਤੀ ਹੋਵੇ, ਮਤਲਬ ਤੁਹਾਡੇ ਕੋਲ ਕੋਈ ਵੀ ਸਟਰੀਮ ਦੇ ਵਿੱਚ ਜੀ ਗ੍ਰੈਜੂਏਸ਼ਨ ਹੋਵੇ। ਇਸ ਤੋਂ ਇਲਾਵਾ ਤੁਹਾਡੇ ਕੋਲ 10ਵੀਂ ਦੇ ਵਿੱਚ ਪੰਜਾਬੀ ਹੋਵੇ। ਚੌਥਾ ਪੁਆਇੰਟ ਹੈ ਜੀ ਤੁਹਾਨੂੰ ਕੰਪਿਊਟਰ ਵੀ ਚਲਾਉਣਾ ਆਉਂਦਾ ਹੋਵੇ, ਬੇਸਿਕ ਤੁਹਾਨੂੰ ਕੰਪਿਊਟਰ ਦਾ ਪਤਾ ਹੋਵੇ। ਪੰਜਵਾਂ ਪੁਆਇੰਟ ਹੈ ਜੀ
ਤੁਹਾਨੂੰ ਡਿਕਟੇਸ਼ਨ ਦਿੱਤੀ ਜਾਏਗੀ ਜੀ 80 ਵਰਡ ਪਰ ਮਿੰਟ। ਦੈਟ ਮੀਨਸ ਤੁਹਾਨੂੰ 400 ਵਰਡ ਦੀ ਡਿਕਟੇਸ਼ਨ ਦਿੱਤੀ ਜਾਏਗੀ 5 ਮਿੰਟ ਦੇ ਵਿੱਚ 400 ਵਰਡ, ਜੋ ਕਿ 80 ਦੀ ਸਪੀਡ ਬਣਦੀ ਹੈ। ਠੀਕ ਹੈ ਜੀ, ਉਸ ਨੂੰ ਫਿਰ ਤੁਸੀਂ ਟਰਾਂਸਕ੍ਰਿਪਟ ਕਰਨਾ ਜੀ 20 ਵਰਡ ਪਰ ਮਿੰਟ 20 ਦੀ ਟਾਈਪਿੰਗ ਸਪੀਡ ਨਾਲ। ਜਿਹੜਾ ਤੁਸੀਂ ਸ਼ਾਰਟ ਹੈਂਡ ਦੇ ਵਿੱਚ ਲਿਖੋਗੇ 80 ਦੀ ਸਪੀਡ ਨਾਲ, ਉਸ ਨੂੰ ਫਿਰ ਤੁਸੀਂ ਕਨਵਰਟ ਕਰਨਾ ਜੀ ਟਾਈਪਿੰਗ ਦੇ ਵਿੱਚ 20 ਵਰਡ ਪਰ ਮਿੰਟ ਦੇ ਹਿਸਾਬ ਨਾਲ। ਠੀਕ ਹੈ ਜੀ, ਇਸ ਤੋਂ ਇਲਾਵਾ ਪੜ੍ਹ ਲੈਂਦੇ ਜੀ ਅੱਗੇ ਇਹਨਾਂ ਨੇ ਕੀ ਜਿਹੜੀ ਇੰਸਟਰਕਸ਼ਨ ਦਿੱਤੀਆਂ ਹੋਈਆਂ। The number of posts may be increased or decreased by adopting due process at any time before the selection process is complete without giving any prior notice to the candidates। ਤਾਂ ਜਿਹੜੀ ਨੰਬਰ ਆਫ ਪੋਸਟਾਂ ਨੇ ਉਹ ਵਧਾਈਆਂ ਘਟਾਈਆਂ ਜਾ ਸਕਦੀਆਂ ਨੇ। For administrative reasons, the competent authority reserves the right of any amendment, cancellation and changes to this advertisement as a whole or in part without any prior notice to the ਕੈਂਡੀਡੇਟਸ। ਤਾਂ ਉਹਨਾਂ ਨੇ ਇਹ ਵੀ ਇਸ ਦੇ ਵਿੱਚ ਸਾਫ਼ ਤੌਰ 'ਤੇ ਲਿਖ ਦਿੱਤਾ ਕਿ ਜਿਹੜੀਆਂ ਜੇ ਕੱਲ੍ਹ ਨੂੰ ਕੋਈ ਐਡਮਿਨਿਸਟ੍ਰੇਟਿਵ ਕੋਈ ਵੀ ਰੀਜ਼ਨ ਹੁੰਦਾ ਤਾਂ ਇਹ ਜਿਹੜੀ ਪੋਸਟਾਂ ਨੇ ਇਹ ਕੈਂਸਲ ਵੀ ਕਰ ਦਿੱਤੀਆਂ ਜਾ ਸਕਦੀਆਂ ਨੇ। ਠੀਕ ਹੈ ਜੀ, ਸਿਲੈਕਸ਼ਨ ਪ੍ਰੋਸੈਸ ਕਿਵੇਂ ਹੋਏਗਾ? ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰ ਲੈਂਦੇ ਹਾਂ। ਐਟ ਦ ਫਸਟ ਇੰਸਟੈਂਸ ਐਫਰਟ ਵਿਲ ਬੀ ਮੇਡ ਟੂ ਫਿਲ ਅਪ ਦ ਮੈਕਸਿਮਮ ਨੰਬਰ ਆਫ ਪੋਸਟ। ਠੀਕ ਹੈ ਜੀ, ਇਹਨਾਂ ਨੂੰ ਬੰਦੇ ਚਾਹੀਦੇ ਨੇ ਜੀ ਜ਼ਿਆਦਾ ਤੋਂ ਜ਼ਿਆਦਾ। ਤਾਂ ਤੁਸੀਂ ਇੱਕ ਨੀਚੇ ਸੈਕਿੰਡ ਪੁਆਇੰਟ ਦੇ ਵਿੱਚ ਲਿੰਕ ਦਿੱਤਾ ਹੋਇਆ ਜੀ, ਤੁਸੀਂ ਇਸ 'ਤੇ ਜਾ ਕੇ ਜਿਹੜਾ ਜੀ ਆਪਣੀ ਸਿਲੈਕਸ਼ਨ ਪ੍ਰੋਸੈਸ ਜਾਂ ਜੋ ਵੀ ਐਡਮਿਟ ਕਾਰਡ ਵਗੈਰਾ ਜਿਹੜੇ ਆਉਣਗੇ ਇਸ ਦੇ ਵਿੱਚ ਹੀ ਆਉਣਗੇ। https://districts.ecourts.gov.in ਰੂਪਨਗਰ। ਠੀਕ ਹੈ ਜੀ, ਇਸ ਤੋਂ ਇਲਾਵਾ ਅੱਗੇ ਦੇਖ ਲੈਣਾ ਜੀ ਇੰਪੋਰਟੈਂਟ ਇੰਸਟਰਕਸ਼ਨਸ ਕੀ ਦਿੱਤਾ ਹੋਇਆ ਨੇ। ਪਹਿਲਾ ਪੁਆਇੰਟ ਇਹਨਾਂ ਨੇ ਸਾਫ਼ ਤੌਰ 'ਤੇ ਕਹਿਤਾ ਜੀ ਜੇ ਤੁਹਾਡਾ ਐਲੀਜੀਬਿਲਿਟੀ ਕਰਾਈਟੇਰੀਆ ਪੂਰਾ, ਦੈਟ ਮੀਨਸ ਇਹ ਨਾ ਸਮਝਿਆ ਜਾਵੇ ਕਿ ਤੁਸੀਂ ਉਸ ਪੋਸਟ ਲਈ ਸਿਲੈਕਟ ਹੋ ਚੁੱਕੇ ਹੋ, ਤੁਹਾਨੂੰ ਪੇਪਰ ਦੇਣਾ ਪੈਣਾ ਹੈ ਤਾਂ ਹੀ ਤੁਸੀਂ ਸਿਲੈਕਟ ਹੋਵੋਗੇ। ਠੀਕ ਹੈ ਜੀ, ਇਹ ਜਿਹੜੀ ਤੁਹਾਡੀ ਐਪਲੀਕੇਸ਼ਨਸ ਹੈ ਜੀ ਇਹ 13 ਅਗਸਤ 5 ਵਜੇ ਤੋਂ ਪਹਿਲਾਂ ਉੱਥੇ ਪਹੁੰਚ ਜਾਣੀਆਂ ਚਾਹੀਦੀਆਂ ਨੇ। ਟੂ ਲੇਟੈਸਟ ਅਨਐਡਿਟਡ ਐਂਡ ਵਿਦਾਊਟ ਐਨੀ ਫਿਲਟਰ ਪਾਸਪੋਰਟ ਸਾਈਜ਼ ਫੋਟੋਗ੍ਰਾਫਸ। ਤਾਂ ਇਹਨਾਂ ਨੇ ਇੱਕ ਪਰਫੋਰਮਾ ਜਿਹੜਾ ਹੈ ਜੀ ਨਾਲ ਦਿੱਤਾ ਹੋਇਆ, ਉਹ ਪਰਫੋਰਮਾ ਤੁਸੀਂ ਫਿਲ ਕਰਨਾ। ਪਰਫੋਰਮਾ ਵੀ ਮੈਂ ਅੱਗੇ ਦੱਸ ਦਾਂਗਾ ਜੀ ਕਿਵੇਂ ਫਿਲ ਕਰਨਾ। ਅਤੇ ਇਹਨਾਂ ਨੇ ਨਾਲ ਇਹ ਵੀ ਲਿਖਤਾ ਤਾ ਜੀ ਜਿਹੜਾ ਤੁਸੀਂ 2 ਪਾਸਪੋਰਟ ਸਾਈਜ਼ ਫੋਟੋ ਹੈ ਜੀ ਉਸ ਦੇ ਨਾਲ ਉਹ ਵੀ ਸੈਲਫ ਅਟੈਸਟ ਕਰਕੇ ਤੁਸੀਂ ਨਾਲ ਅਟੈਚ ਕਰ ਦੇਣੀ ਹੈ ਅਤੇ ਸਪੀਡ ਪੋਸਟ ਕਰ ਦੇਣੀ ਹੈ ਜੀ। ਠੀਕ ਹੈ ਜੀ, ਜੇ ਤੁਹਾਡੀ ਕੋਈ ਵੀ ਇਨਫੋਰਮੇਸ਼ਨ ਇਨਕਰੈਕਟ ਹੋਈ ਤਾਂ ਉਸ ਨੂੰ ਕੈਂਸਲ ਕਰ ਦਿੱਤਾ ਜਾਏਗਾ, ਕੋਈ TADA ਨਹੀਂ ਦਿੱਤਾ ਜਾਏਗਾ। ਰਿਜ਼ਰਵਡ ਕੈਟਾਗਰੀ ਲਈ ਇਹਨਾਂ ਨੇ ਵੀ ਕੁਛ ਰੱਖਿਆ ਹੋਇਆ ਜੀ। ਤਾਂ ਉਹਨਾਂ ਨੇ ਲਾਸਟ ਦੇ ਵਿੱਚ ਕਹਿਤਾ ਕਿ ਜਿਹੜਾ ਤੁਸੀਂ ਇਸ ਦੀ ਅਪਡੇਸ਼ਨ ਲਈ ਤੁਸੀਂ ਇਸ ਸਾਈਟ 'ਤੇ ਜਾ ਕੇ ਦੇਖ ਸਕਦੇ ਹੋ, ਕਿਉਂਕਿ ਤੁਹਾਡਾ ਜਿਹੜਾ ਵੀ ਅੱਗੇ ਸਿਲੈਕਸ਼ਨ ਪ੍ਰੋਸੈਸ ਹੋਏਗਾ, ਐਡਮਿਟ ਕਾਰਡ ਹੋਏਗਾ ਜਾਂ ਜਿਹੜੀ ਵੀ ਤੁਹਾਡੀ ਅਗਲਾ ਪ੍ਰੋਸੈਸ ਹੋਏਗਾ ਜੀ ਉਹ ਇਸ ਜਿਹੜੀ ਵੈਬਸਾਈਟ 'ਤੇ ਹੈ ਜੀ ਪਾ ਦਿੱਤਾ ਜਾਏਗਾ। ਠੀਕ ਹੈ ਜੀ, ਅੱਗੇ ਗੱਲ ਕਰ ਲੈਂਦੇ ਜੀ ਪਰਫੋਰਮਾ ਦਿਖਾ ਦੇਣਾ ਜੀ ਤੁਹਾਨੂੰ। ਪਰਫੋਰਮਾ ਇਹ ਹੈ ਜੀ, ਪਰਫੋਰਮਾ ਇਸ ਦੇ ਵਿੱਚ ਤੁਸੀਂ ਉਰੇ ਜਿੱਥੇ ਰੀਸੈਂਟ ਫੋਟੋਗ੍ਰਾਫ ਵਿਦਾਊਟ ਫਿਲਟਰ ਲਿਖਿਆ ਹੋਇਆ ਜੀ ਉੱਥੇ ਤੁਸੀਂ ਸੈਲਫ ਅਟੈਸਟਡ ਫੋਟੋ ਲਗਾ ਦੇਣੀ ਹੈ। ਪੋਸਟ ਅਪਲਾਈਡ ਫੋਰ ਸਟੈਨੋ ਕਲਰਕ, ਜਿਸ ਲਈ ਵੀ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਉਹ ਤੁਸੀਂ ਪੋਸਟ ਲਿਖ ਦੇਣੀ ਹੈ ਜੀ। ਇੱਥੇ ਕੈਟੇਗਰੀ ਜਨਰਲ ਹੋ ਤਾਂ ਜਨਰਲ ਪਾ ਦੇਣੀ ਹੈ, SC BC ਵਿਚਐਵਰ ਜਿਸ ਵੀ ਤੁਸੀਂ ਕੈਟੇਗਰੀ ਤੋਂ ਬਿਲੋਂਗ ਕਰਦੇ ਹੋ ਉਸ ਨੂੰ ਇੱਥੇ ਲਿਖ ਦੇਣਾ। ਨੇਮ ਇਨ ਬਲੌਕ ਲੈਟਰਸ, ਕੈਪੀਟਲ ਲੈਟਰਸ ਦੇ ਵੀ ਤੁਸੀਂ ਆਪਣਾ ਨਾਮ ਲਿਖਣਾ, ਫਾਦਰ ਨੇਮ, ਡੇਟ ਆਫ ਬਰਥ, ਐਡਰੈਸ। ਠੀਕ ਹੈ ਜੀ, ਟੈਲੀਫੋਨ ਨੰਬਰ, ਈਮੇਲ ਐਡਰੈਸ ਸਾਰਾ ਕੁਝ ਭਰ ਕੇ। ਠੀਕ ਹੈ ਜੀ, ਇਹਨਾਂ ਨੇ ਸਾਰਾ ਕੁਛ ਬਹੁਤ ਹੀ ਡਿਟੇਲ ਦੇ ਵਿੱਚ ਆਪ ਹੀ ਲਿਖਿਆ ਹੋਇਆ, ਤੁਹਾਨੂੰ ਪੜ੍ਹ ਕੇ ਹੀ ਜਿਹੜਾ ਸਮਝ ਆ ਜਾਏਗਾ। ਮੈਟ੍ਰਿਕ ਦਾ ਨੰਬਰ, +2 ਦੇ ਗ੍ਰੈਜੂਏਸ਼ਨ ਦਾ, ਜੇ ਤੁਸੀਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਤਾਂ ਤੁਸੀਂ ਉਹ ਵੀ ਫਿਲ ਕਰ ਸਕਦੇ ਹੋ। ਐਕਸਪੀਰੀਅੰਸ ਇਨ ਗਵਰਨਮੈਂਟ ਡਿਪਾਰਟਮੈਂਟ, ਜੇ ਤੁਸੀਂ ਪਹਿਲੇ ਕਿਸੇ ਗਵਰਨਮੈਂਟ ਡਿਪਾਰਟਮੈਂਟ ਦੇ ਵਿੱਚ ਚਾਹੇ ਅਡੋਕ ਹੋਵੋ ਚਾਹੇ ਰੈਗੂਲਰ ਹੋਵੇ ਜਿਵੇਂ ਵੀ ਹੋ ਤੁਸੀਂ ਉਹ ਇਸ ਦੇ ਵਿੱਚ ਐਕਸਪੀਰੀਅੰਸ ਦੇ ਤੌਰ 'ਤੇ ਫਿਲ ਕਰ ਸਕਦੇ ਹੋ। ਠੀਕ ਹੈ ਜੀ, ਜੇਕਰ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਨਹੀਂ ਹੈ ਤਾਂ ਤੁਸੀਂ ਨੋ ਕਰਕੇ ਇਸ ਨੂੰ ਫਿਲ ਕਰ ਸਕਦੇ ਹੋ। ਠੀਕ ਹੈ ਜੀ, ਵਰਕ ਐਕਸਪੀਰੀਅੰਸ ਇਨ ਅਦਰ ਔਰਗਨਾਈਜੇਸ਼ਨ, ਜੇ ਤੁਸੀਂ ਹੋਰ ਕਿਸੇ ਮਹਿਕਮੇ ਦੇ ਵਿੱਚ ਜਿਹੜਾ ਕੰਮ ਕੀਤਾ ਹੋਇਆ ਤਾਂ ਤੁਸੀਂ ਉਸ ਦੇ ਬਾਰੇ ਵੀ ਇਸ ਦੇ ਵਿੱਚ ਲਿਖ ਸਕਦੇ ਹੋ ਅਤੇ ਲਾਸਟ ਦੇ ਵਿੱਚ ਤੁਸੀਂ ਸਾਈਨ ਕਰ ਦੇਣੇ ਆ। ਠੀਕ ਹੈ ਜੀ, ਇਸ ਤੋਂ ਇਲਾਵਾ ਤੁਸੀਂ ਨਾਲ ਕੀ ਲਗਾਉਣਾ, ਨਾਲ ਤੁਸੀਂ ਇੱਕ ਏਜ ਪ੍ਰੂਫ ਲਗਾਉਣਾ ਜੀ। ਏਜ ਪ੍ਰੂਫ ਤੁਸੀਂ ਆਪਣਾ ਚਾਹੇ 10ਵੀਂ ਦਾ ਸਰਟੀਫਿਕੇਟ ਲਗਾ ਸਕਦੇ ਹੋ। ਠੀਕ ਹੈ ਜੀ, ਚਾਹੇ ਕੋਈ ਹੋਰ ਆਧਾਰ ਕਾਰਡ ਵਗੈਰਾ ਲਗਾ ਸਕਦੇ ਹੋ।
ਠੀਕ ਹੈ ਜੀ। ਇੱਕ 10ਵੀਂ ਦਾ ਸਰਟੀਫਿਕੇਟ ਤਾਂ ਇਹਨਾਂ ਨੂੰ ਮੰਗਿਆ ਜਿਹਦੇ ਵਿੱਚ ਪੰਜਾਬੀ ਹੋਣੀ ਚਾਹੀਦੀ ਹੈ ਜੀ। ਗ੍ਰੈਜੂਏਸ਼ਨ ਡਿਗਰੀ ਹੋਣੀ ਚਾਹੀਦੀ ਹੈ ਜੀ, DMC। ਠੀਕ ਹੈ ਜੀ। ਇਸ ਤੋਂ ਬਾਅਦ ਕਾਸਟ ਸਰਟੀਫਿਕੇਟ ਹੋਣਾ ਚਾਹੀਦਾ ਜੀ। ਜੇ ਤੁਸੀਂ ਕਿਸੇ SC BC ਤੋਂ ਬਿਲੋਂਗ ਕਰਦੇ ਹੋ ਤਾਂ ਤੁਸੀਂ ਇਸ ਦੇ ਵਿੱਚ ਕਾਸਟ ਸਰਟੀਫਿਕੇਟ ਹੈ ਜੀ ਉਹ ਲਗਾਉਣਾ ਹੈ। ਠੀਕ ਹੈ ਜੀ। ਸਰਟੀਫਿਕੇਟ ਫॉर ਐਕਸ ਸਰਵਿਸਮੈਨ, ਠੀਕ ਹੈ ਜੀ, ਜਿਹੜਾ ਇਸ ਕੈਟੇਗਰੀ ਤੋਂ ਬਿਲੋਂਗ ਕਰਦਾ ਉਸਨੂੰ ਇਹ ਸਰਟੀਫਿਕੇਟ ਲਗਾਉਣਾ ਪੈਣਾ ਹੈ। ਜਿਹੜੇ ਹੈਂਡੀਕੈਪ ਨੇ ਉਹਨਾਂ ਨੂੰ ਇਹ ਸਰਟੀਫਿਕੇਟ ਲਗਾਉਣਾ ਪੈਣਾ। ਅਤੇ ਜੇ ਤੁਸੀਂ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਚੁੱਕੇ ਹੋ ਤਾਂ ਉਸਦਾ ਐਕਸਪੀਰੀਅੰਸ ਸਰਟੀਫਿਕੇਟ ਲਗਾਉਣਾ। ਠੀਕ ਹੈ ਜੀ। ਤਾਂ ਜੇ ਤੁਸੀਂ ਐਕਸਪੀਰੀਅੰਸ ਸਰਟੀਫਿਕੇਟ ਲਗਾ ਦੋਗੇ ਤਾਂ ਤੁਹਾਨੂੰ ਪ੍ਰੈਫਰੈਂਸ ਵੀ ਜਿਹੜੀ ਹੈ ਜੀ ਦਿੱਤੀ ਜਾਏਗੀ, ਕਿਉਂਕਿ ਇਹਨਾਂ ਨੂੰ ਉਹੀ ਐਕਸਪੀਰੀਅੰਸਡ ਬੰਦੇ ਚਾਹੀਦੇ ਨੇ ਜਿਨ੍ਹਾਂ ਨੂੰ ਪਹਿਲੇ ਕੰਮ ਪਤਾ ਹੋਵੇ। ਜੇ ਤੁਸੀਂ ਫਰੈਸ਼ਰ ਵੀ ਹੋ ਤਾਂ ਵੀ ਕੋਈ ਚੱਕਰ ਨਹੀਂ ਹੈ, ਤਾਂ ਵੀ ਇਹਨਾਂ ਨੇ ਰੱਖ ਤਾਂ ਲੈਣਾ ਹੀ ਹੈ ਕਿਉਂਕਿ ਇਹ ਡੌਗ ਬੇਸਿਸ 'ਤੇ ਹੈ। ਠੀਕ ਹੈ ਜੀ। ਮੈਨੂੰ ਹੋਪ ਹੈ ਜੀ ਤੁਹਾਨੂੰ ਜਿਹੜੀ ਇਹ ਵੀਡੀਓ ਪਸੰਦ ਆਈ ਹੋਏਗੀ। ਤਾਂ ਤੁਸੀਂ ਜਿਹੜਾ ਜੀ ਇਹ ਪੋਸਟ 13 ਅਗਸਤ ਤੋਂ ਪਹਿਲਾਂ ਹੈ ਜੀ ਸਪੀਡ ਪੋਸਟ ਰਾਹੀਂ ਆਪਣੀਆਂ ਜੀ ਫਿਲ ਕਰ ਦੇਣੀ ਹੈ ਅਤੇ ਇਸ ਦੀ ਤਿਆਰੀ ਹੈ ਜੀ ਜਿਹੜੀ ਕਰਨੀ ਸਟਾਰਟ ਕਰ ਸਕਦੇ ਹੋ ਜੀ। ਠੀਕ ਹੈ ਜੀ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਲਈ ਧੰਨਵਾਦ।